ਜਿਹੜੀ ਘੜੀ ਸਾਡੀ ਨਿਕਲ ਜਾਈ ਉਹੀ ਚੰਗੀ ਆ। ਪਤਾ ਨਹੀਂ ਕਿਹੜੇ ਵੇਲੇ ਇੱਦਾਂ ਹੋ ਜਾਣੀ ਹੈ ਸਿਆਣੇ ਬੰਦੇ ਦੀ। ਕਿੰਨੇ ਸਾਲ ਤੋਂ ਇਹ ਕੰਮ ਕਰ ਰਹੇ ਹੋ ਤੁਸੀਂ? ਜਦੋਂ ਦੇ ਅਸੀਂ 15-20 ਸਾਲਾਂ ਤੋਂ ਲੱਗੇ ਹਾਂ ਕੰਮ ਕਰਨਾ। ਅੱਛਾ ਜੀ। ਤੇ ਕਿੰਨੀ ਕੁ ਕਮਾਈ ਹੁੰਦੀ ਹੈ ਇਸ ਤੋਂ? ਕਮਾਈ ਸਾਡਾ ਡੰਗ ਦਿਹਾੜੀ ਆ, ਫਿਰ ਜਿਹੜਾ ਕਮਾ ਲੈਣਾ ਅਸੀਂ ਖਾ ਲੈਣਾ। ਹੋਰ ਇਹ ਕੋਈ ਜੁੜਦੇ ਪੈਸੇ? ਤੇ ਬਾਕੀ ਘਰ ਦੇ ਕੰਮਕਾਰ ਫਿਰ ਉਹ ਕਿਵੇਂ? ਉਹ ਵੀ ਦਿਹਾੜੀਦਾਰ ਹੀ ਆ, ਸਾਡੇ ਮੁੰਡੇ ਵੀ ਅੱਛਾ ਜੀ। ਦਿਹਾੜੀਦਾਰ ਹੀ ਆ ਉਹ। ਸਵੇਰੇ ਕੰਮ ਕਰਕੇ ਆਉਂਦੇ ਹੋ ਘਰ ਬਾਹਰ ਦਾ? ਹੋਰ ਕੰਮ ਕਰਕੇ ਰੋਟੀ ਪਕਾ ਕੇ ਖਾ ਕੇ ਆਈਦਾ। ਅੱਛਾ ਜੀ। ਆਹੋ। ਇੱਥੇ ਕਿੰਨੇ ਘੰਟੇ ਦਾ ਕੰਮ ਹੁੰਦਾ? ਤੁਹਾਨੂੰ ਕਿੰਨਾ ਦਿਨ ਲੱਗਦਾ? ਸਾਨੂੰ ਅਸੀਂ 3 ਘੰਟੇ ਕੰਮ ਕਰਨਾ, ਅੱਛਾ ਜੀ। 150 ਰੁਪਈਆ ਲੈਣਾ। ਆਹੋ 150 ਰੁਪਈਆ ਲੈਣਾ। ਤੇ 150 ਰੁਪਏ ਲਈ ਤੁਸੀਂ ਸਾਰੀ ਮਿਹਨਤ ਕਰ ਰਹੇ ਹੋ। ਸਵੇਰ ਕਿੰਨੇ ਵਜੇ ਆਉਂਦੇ ਹੋ? ਸਵੇਰੇ 6 ਵਜੇ। ਅੱਛਾ। ਹਾਂ। ਚਲੋ ਇਹ ਤਾਂ ਹੋ ਗਈ ਕੰਮਕਾਰ ਦੀ ਗੱਲ। ਜੇ ਤੁਹਾਡੀ ਮਨੋਰੰਜਨ ਦੀ ਗੱਲ ਕਰੀਏ ਤਾਂ ਤੁਸੀਂ ਆਪਣਾ ਦਿਲ ਪਰਚਾਵਾ ਕਿਵੇਂ ਕਰਦੇ ਹੋ? ਕੀ ਕੁਝ ਕਰਦੇ ਹੁੰਦੇ ਹੋ? ਅਸੀਂ ਕੀ ਕਰਨਾ ਪਈ ਕੰਮ ਕਰਨਾ ਘਰ ਦਾ ਹੀ, ਕੱਪੜੇ ਕੁੱਪੜੇ ਧੋ ਲਏ, ਨਹਾ ਨੂ ਲਿਆ। ਅੱਛਾ ਜੀ। ਹੋਰ ਫਿਰ ਕਿਤੇ ਵਿਸਰਾਮ ਵੀ ਕਰ ਲਿਆ ਦੁਪਹਿਰਾਂ ਨੂੰ ਘੜੀ ਭਰ। ਫਿਰ 3 ਵਜੇ ਫਿਰ ਤੁਰ ਪੈਣਾ ਰੋਟੀ ਪਾਣੀ ਖਾ ਕੇ। ਤਾਂ ਉਹ ਫਿਰ ਕਿਸੇ ਹੋਰ ਖੇਤਾਂ ਜਾਂਦੇ ਹੋ? ਆਹ ਵੀ ਹੋਰ ਜਿੱਥੇ ਕੰਮ ਲੱਭ ਗਿਆ, ਬੱਤਰ ਲੱਭ ਗਈ, ਉੱਥੇ ਚੱਲ ਜਾਣਾ। ਇੱਕ ਸੀਜ਼ਨ ਜਿਹੜਾ ਆਉਂਦਾ ਹੈ ਉਗਾਉਣ ਦਾ, ਉਹਦੇ ਵਿੱਚ ਤੁਸੀਂ ਕਿੰਨੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰ ਲੈਂਦੇ ਹੋ? ਅਸੀਂ 3 ਘੰਟੇ ਕੰਮ ਕਰਨਾ, ਜਿੰਨੇ ਸਾਤੋਂ ਹੋ ਗਿਆ 3 ਘੰਟੇ ਕਰਨਾ, ਵਿੱਚ ਅਸੀਂ ਚੱਲ ਜਾਣਾ ਫਿਰ। ਜੀ ਹਾਂ। ਕਿ ਸਾਰੀ ਮਿਹਨਤ ਤੁਹਾਡੀ ਲੱਗ ਰਹੀ ਹੈ ਤੇ ਸਾਡੇ ਵਰਗੇ ਲੋਕ ਇਹ ਸਾਰੇ ਚੌਲਾਂ ਨੂੰ ਖਾਣ ਦਾ ਇੰਤਜ਼ਾਰ ਕਰਨਗੇ। ਸਾਰੇ ਖਾਂਦੇ ਆ। ਆਹੋ। ਤੁਸੀਂ ਜਦੋਂ 15 ਸਾਲ ਦੇ ਸੀ, ਤੁਸੀਂ ਕਿ ਉਸ ਸਮੇਂ ਤੋਂ ਕੰਮ ਕਰ ਰਹੇ ਹੋ, ਕਦੇ ਨਹੀਂ ਕੀਤੇ ਗਏ? ਬਥੇਰਾ ਕੰਮ ਕੀਤਾ ਅਸੀਂ। ਅਸੀਂ ਤਾਂ ਪੇੜ ਵੀ ਸੋਤੇ, ਸਾਰੇ ਕੰਮ ਕੀਤੇ। ਕਿਉਂਕਿ ਸਾਡਾ ਜਿਹੜਾ ਮੁੰਡਾ ਇੱਕ ਮਿਲਟਨ ਹੈਗਾ, ਅੱਛਾ ਜੀ, ਉਹਨੂੰ ਵੀ ਰੋਟੀ ਦੇਣੀ ਕਮਾ ਕੇ। ਬੁੱਢਾ ਬਜ਼ੁਰਗ ਸੀਗਾ, ਉਹ ਪਰੂ ਦਾ ਪੂਰਾ ਹੋ ਗਿਆ, ਉਹਦੀ ਹੁਣ ਅਸੀਂ ਬਾਰਕੀ ਕੀਤੀ ਮਾੜੀ ਮੋਟੀ। ਹਾਂ। ਤੇ ਅਸੀਂ ਕੰਮ ਹੋਰ ਕੀ ਕਰਨਾ, ਇੱਦਾਂ ਹੀ ਆ, ਟਾਈਮ ਨਿਕਲਣੇ ਵਾਲੀ ਗੱਲ ਹੈ ਸਾਡੀ। ਜਿਹੜੀ ਘੜੀ ਸਾਡੀ ਨਿਕਲ ਜਾਈ ਉਹੀ ਚੰਗੀ ਆ। ਪਤਾ ਨਹੀਂ ਕਿਹੜੇ ਵੇਲੇ ਇੱਦਾਂ ਹੋ ਜਾਣੀ ਹੈ ਸਿਆਣੇ ਬੰਦੇ ਦੀ। ਆਹੋ। ਕੀ ਪਤਾ ਹੁਣ ਕਿਹੜੇ ਵੇਲੇ ਇੱਦਾਂ ਹੋ ਜਾਣੀ ਹੈ। ਹਾਂ। ਹੋਰ ਕੁਝ? ਅੱਛਾ, ਜਿਹੜੇ ਕੰਮ ਕਰਵਾ ਰਹੇ ਨੇ, ਜਿਨ੍ਹਾਂ ਦਾ ਖੇਤ ਹੈ ਇਹ, ਉਹ ਕਿਵੇਂ ਦੇ ਬੰਦੇ ਨੇ? ਉਹ ਵਧੀਆ ਕੰਮ ਕਰਾਉਂਦੇ ਨੇ? ਪੈਸੇ ਦਿਹਾੜੀ ਪੂਰੀ ਦਿੰਦੇ ਨੇ ਟਾਈਮ ਨਾਲ? ਜਿੰਨਾ ਕੁ ਅਸੀਂ ਕੰਮ ਕਰਨਾ ਸਾਨੂੰ ਤਾਂ ਉਨੇ ਹੀ ਮਿਲਣੇ। ਉਹਨੇ ਠੇਕਾ ਲਿਆ ਮੁੰਡੇ ਨੇ। ਅੱਛਾ ਜੀ। ਜੇ ਸਾਡੀ 72 ਹੋ ਜਾਏ ਤਾਂ 72 ਦੇ ਦੇਣੀ, ਜੇ ਘੱਟ ਹੋਏ ਤਾਂ ਸਾਨੂੰ ਘੱਟ ਦੇ ਦੇਣੀ। ਤੇ ਉਹਨੇ ਠੇਕਾ ਲਿਆ, ਅਸੀਂ ਠੇਕੇ ਦੇ ਕੰਮ ਕਰਦੀਆਂ। ਹਾਂ, ਠੇਕੇ ਦੇ ਕੰਮ ਕਰਦੀਆਂ। ਠੀਕ ਹੈ ਜੀ। ਤੇ ਰੋਟੀ ਪਾਣੀ ਦਾ ਪ੍ਰਬੰਧ ਤੁਹਾਡਾ ਫਿਰ ਇੱਥੇ? ਅਸੀਂ ਘਰ ਜਾ ਕੇ ਪਕਾ ਕੇ ਖਾਣੀ ਰੋਟੀ। ਜੇ ਹੁਣ ਮੰਨ ਲਿਆ ਜਾਵੇ ਕਿ 1 ਕਿੱਲਾ ਜ਼ਮੀਨ ਹੈ ਤਾਂ ਉਹਦੇ ਵਿੱਚ ਕਿੰਨੇ ਮਜ਼ਦੂਰ ਚਾਹੀਦੇ ਹੁੰਦੇ ਨੇ? ਉਸ ਮਜ਼ਦੂਰ ਜਿਹੜੇ 16 ਬੰਦੇ ਲਾਉਣ ਵਾਲੇ ਜੀ, 5 ਬੰਦੇ ਪਲੀਜ਼ ਪੁੱਟਣ ਵਾਲੇ। ਅੱਛਾ ਜੀ। ਹਾਂਜੀ। ਤੇ ਇਹ ਕਿੰਨੇ ਘੰਟੇ ਦਾ ਕੰਮ ਹੈ? ਕਿੰਨੇ ਦਿਨਾਂ ਦਾ ਕੰਮ ਹੈ? 1 ਮਹੀਨਾ ਲੱਗ ਜਾਣਾ ਜੀ। 1 ਮਹੀਨਾ? ਹਾਂਜੀ। ਇਸ ਦੇ ਦੌਰਾਨ ਤੁਸੀਂ ਕਿੰਨੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਦੇ ਹੋ? ਕਿੰਨੇ ਖੇਤਾਂ ਦਾ ਠੇਕਾ ਇੱਕੋ ਸਮੇਂ ਤੇ ਲੈਂਦੇ ਹੋ ਤੁਸੀਂ? 20 ਕਿੱਲੇ ਪੈਲੀ, 35 ਕਿੱਲੇ ਲੱਗ ਜਾਂਦੇ ਜੀ। ਹਾਂਜੀ ਹਾਂਜੀ। 1 ਮਹੀਨੇ ਦੇ ਵਿੱਚ ਉਹ ਸਾਰੇ ਖੇਤਾਂ ਦੇ ਵਿੱਚ ਲਗਾ ਦਿੰਦੇ ਹੋ? ਲਗਾ ਦਿੰਦੇ ਜੀ। ਹਾਂਜੀ। ਤੇ ਇਸ ਤੋਂ ਇਲਾਵਾ ਵੀ ਹੋਰ ਕੋਈ ਕੰਮ ਕਰਦੇ ਹੋ? ਕਿਉਂਕਿ ਇਹ ਤਾਂ ਇੱਕ ਸੀਜ਼ਨਲ ਮੌਕਾ ਹੁੰਦਾ ਜਦੋਂ ਕਿ ਇਹ ਕੰਮ ਕਰਨਾ ਹੈ। ਤੇ ਇਸ ਤੋਂ ਬਾਅਦ ਤੁਸੀਂ ਕਿਹੜੀ ਫਸਲਾਂ ਦਾ ਕੀ ਕੁਝ ਕਰਦੇ ਹੋ ਹੋਰ ਬਾਕੀ ਦਾ ਟਾਈਮ, ਬਾਕੀ ਦਾ ਸਾਲ? ਬਾਕੀ ਕੁਝ ਨਹੀਂ ਕਰਦੇ ਜੀ, ਵਿਹਲੇ ਰਹਿੰਦੇ, ਡੰਗਰਾਂ ਨੂੰ ਪੱਠੇ ਪਾਈ ਦੇ ਆ। ਹਾਂਜੀ। ਤੇ ਕਮਾਈ ਦਾ ਸਾਧਨ? ਕਮਾਈ ਸਾਨੂੰ ਕੋਈ ਨਹੀਂ, ਡੰਗਰਾਂ ਨੂੰ ਪੱਠੇ ਦੁੱਧ ਵੇਚ ਕੇ ਗੁਜ਼ਾਰਾ ਕਰ ਲਈਦਾ। ਹਾਂਜੀ। ਤੇ ਫਿਰ ਇਸ ਬਾਰੇ ਤੁਸੀਂ ਸਰਕਾਰ ਤੋਂ ਕੋਈ ਮਦਦ ਮੰਗਣਾ ਚਾਹੁੰਦੇ ਹੋ? ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ? ਸਰਕਾਰ ਨੂੰ ਮਦਦ ਦਿੰਦੀ ਨਹੀਂ ਜੀ, ਕੀ ਕਰੀਏ? ਬੜੀ ਵਾਰੀ ਕਿਹਾ ਉਹਨਾਂ ਨੂੰ, ਕੋਈ ਗੌਰ ਹੀ ਨਹੀਂ ਕਰਦਾ। ਪਹਿਲਾਂ ਕਿਹਨਾਂ ਨੂੰ ਕਿਹਾ? ਬੜੀ ਵਾਰ ਕਿਹਾ? ਕਿੱਥੇ ਜਾ ਕੇ ਕਿਹਾ? ਕਿਵੇਂ ਆਪਣੀ ਆਵਾਜ਼ ਉਠਾਈ ਹੈ ਤੁਸੀਂ? MLA ਨੂੰ ਕਿਹਾ ਅਸੀਂ ਜਾ ਕੇ, ਫਿਰ ਆ ਬਾਦਲ ਨੂੰ ਕਿਹਾ, ਮੈਂ ਚੌਂਕੀਦਾਰ ਆ ਬੰਦਾ, ਉੱਥੇ ਕਈ ਵਾਰੀ ਗਏ ਹਾਂ ਚੰਡੀਗੜ੍ਹ, ਧਰਨੇ ਲਾਏ, ਸਾਡਾ ਕੋਈ ਸੋਚਦੀ ਨਹੀਂ ਕੱਖ ਵੀ। ਗੌਰਮੈਂਟ 1200 ਰੁਪਏ ਤਨਖਾਹ ਚੌਂਕੀਦਾਰ ਨੂੰ ਦਿੰਦੇ ਆ, ਸਾਨੂੰ 1 ਰੁਪਈਆ ਨਹੀਂ ਦਿੰਦੇ ਬਾਅਦ। ਹਾਂਜੀ। ਇਹਦੇ ਨਾਲ ਜਦੋਂ ਤੁਸੀਂ ਕਿਹਾ ਕਿ ਅਸੀਂ ਧਰਨੇ ਪ੍ਰਦਰਸ਼ਨ ਵੀ ਕੀਤੇ ਨੇ, MLA ਨੂੰ ਵੀ ਮਿਲ ਕੇ ਦੇਖ ਲਿਆ, ਤਾਂ ਇਸ ਦੇ ਬਾਵਜੂਦ ਵੀ ਹੁਣ ਜਦੋਂ ਵੋਟਾਂ ਆਉਂਦੀਆਂ ਨੇ ਤਾਂ ਤੁਹਾਡੇ ਦਰ ਤੇ ਕੋਈ ਨਾ ਕੋਈ ਤਾਂ ਵੋਟ ਮੰਗਣ ਜ਼ਰੂਰ ਆਉਂਦਾ ਹੈ। ਕੋਈ ਨਹੀਂ ਮਰਦਾ ਸਾਡੇ ਕੋਲ ਜੀ, ਕੋਈ ਨਹੀਂ ਸਾਡੇ ਕੋਲ ਆਉਂਦਾ, ਸਭ ਸਰਪੰਚਾਂ ਕੋਲ ਹੋ ਕੇ ਚੱਲ ਜਾਂਦੇ ਆ, ਸਾਨੂੰ ਕੋਈ ਪੁੱਛਦਾ ਨਹੀਂਗਾ। ਯਾਨੀ ਉੱਪਰੋਂ ਹੀ ਵੋਟ ਬੈਂਕ ਸਾਰਾ ਖਰੀਦ ਲਿਆ ਜਾਂਦਾ, ਤੁਸੀਂ ਕਹਿੰਦੇ ਹੋ? ਹਾਂਜੀ ਹਾਂਜੀ, ਉੱਪਰੋਂ। ਅੱਛਾ, ਤੇ ਤੁਸੀਂ ਕਿਹਨਾਂ ਨੂੰ ਵੋਟ ਪਾਉਂਦੇ ਹੋ ਫਿਰ? ਕਿਹੜੀ ਪਾਰਟੀ ਨੂੰ ਹੁਣ ਤੱਕ ਵੋਟ ਪਾਈ ਹੈ? ਅਸੀਂ ਪਹਿਲਾਂ ਕਾਂਗਰਸ ਨੂੰ ਪਾਉਂਦੇ ਸੀਗੇ, ਫਿਰ BJP ਨੂੰ ਪਾਉਣ ਲੱਗ ਪਏ ਜੀ, ਗੱਲ ਮੁੱਕ ਜਾਂਦੀ। ਅੱਛਾ, ਮੋਦੀ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ? ਉਹਨਾਂ ਦੀ ਸਰਕਾਰ ਆਉਣ ਦੇ ਨਾਲ ਕੋਈ ਫਰਕ ਪਿਆ ਤੁਹਾਡੀ ਜ਼ਿੰਦਗੀ 'ਚ?
ਫਰਕ ਬਹੁਤ ਪੈਂਦਾ। ਮੋਦੀ ਸਰਕਾਰ ਨੇ ਦਿੱਤਾ ਕਿ ਸਾਨੂੰ ਕੱਖ ਵੀ ਨਹੀਂ ਦਿੱਤਾ ਜੀ। ਕਿਵੇਂ ਦਾ ਫਰਕ ਪਿਆ? ਫਰਕ ਬਹੁਤ ਪਿਆ ਜੀ। ਕਿਸੇ ਨੇ ਪੁੱਛਿਆ ਨਹੀਂ, ਬਾਤ ਨਹੀਂ ਪੁੱਛੀ। ਕਰੋਨੇ 'ਚ ਕਿਸੇ ਨੇ ਪੈਸਾ ਨਹੀਂ ਦਿੱਤਾ, ਕੋਈ ਧੇਲਾ ਨਹੀਂ ਦਿੱਤਾ ਕਿਸੇ ਨੇ। ਕਿਸੇ ਨੇ ਦਾਣੇ ਚੱਜ ਨਹੀਂ ਦਿੱਤੇ। ਕੀ ਕਰੀਏ ਹੁਣ? ਪਿਛਲੇ ਸਾਲ ਵੀ ਜਦੋਂ ਦੇਖਿਆ ਗਿਆ ਕਿ ਕਰੋਨਾ ਵਾਇਰਸ ਕਾਰਨ ਬਹੁਤ ਸਾਰੀ ਚੀਜ਼ਾਂ ਬੰਦ ਹੋ ਗਈਆਂ ਸੀਗੀਆਂ, ਤੇ ਪਿਛਲੇ ਸਾਲ ਤੁਸੀਂ ਆਪਣਾ ਗੁਜ਼ਾਰਾ ਕਿਵੇਂ ਕੀਤਾ? ਗੁਜ਼ਾਰਾ ਔਖੇ ਹੋ ਕੇ ਕੀਤਾ ਜੀ। ਕੀ ਕਰੀਏ? ਦੁੱਧ ਵੇਚ ਲੈਣਾ, ਗੁਜ਼ਾਰਾ ਕਰ ਲੈਣਾ ਮਾੜਾ ਮੋਟਾ। ਕੀ ਕਰੀਏ ਹੁਣ? ਜੋ ਅਸੀਂ ਆਪਣੀ ਫਸਲ ਲਗਾਉਂਦੇ, ਮੇਰੀ 1 ਕਿੱਲਾ ਪੈਲੀ ਹੈ। ਮੈਂ ਜੋ ਹੈ ਇਹਦੇ ਵਿੱਚ ਜੋ ਲਗਾਉਣ ਵਾਸਤੇ ਮੇਰਾ ਖਰਚਾ ਜੋ ਹੈ ਤਕਰੀਬਨ 10,000 ਰੁਪਇਆ ਖਰਚਾ ਆਏਗਾ, ਜਿਹਦੇ ਵਿੱਚ ਮੇਰਾ ਆ ਇੰਜਨ ਜੋ ਚੱਲਦੇ, ਇੰਜਨ ਜੋ ਚੱਲ ਰਿਹਾ ਇਹਨੂੰ ਅੱਜ ਹੁਣ 10 ਘੰਟੇ ਹੋ ਗਏ ਚੱਲਦੇ ਨੂੰ। ਇਹ 10 ਘੰਟੇ ਵਿੱਚ ਜੋ ਹੈ ਪਾਣੀ ਨਹੀਂ ਪੂਰਾ ਹੋ ਰਿਹਾ। ਔਰ ਗੌਰਮੈਂਟ ਨੇ ਜੋ ਮਹਿੰਗਾਈ ਕੀਤੀ ਹੈ, ਡੀਜ਼ਲ ਜੋ ਹੈ 100 ਰੁਪਏ ਦੇ ਕਰੀਬ ਸਾਨੂੰ ਮਿਲ ਰਿਹਾ। ਉਹ ਜੋ ਹੈ ਸਭ ਤੋਂ ਮਹਿੰਗਾ ਡੀਜ਼ਲ ਮੇਰਾ। ਡੀਜ਼ਲ ਦਾ ਜ਼ਿਆਦਾ ਖਰਚਾ ਹੈ, ਟਰੈਕਟਰ ਦਾ ਜ਼ਿਆਦਾ ਖਰਚਾ ਹੈ। ਇਹ ਫਿਰ ਟਰੈਕਟਰਾਂ ਦੀ ਰਿਪੇਅਰ ਕਰਦੇ ਆ, ਬਹੁਤ ਜ਼ਿਆਦਾ ਖਰਚੇ ਹੈ। ਤਾਂ ਜੋ ਗੌਰਮੈਂਟ ਨੇ ਸਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਨਹੀਂ ਕੀਤੇ। ਇਹ ਜੋ ਕਾਲੇ ਕਾਨੂੰਨ ਲੈ ਕੇ ਆਏ ਹੈ, ਉਹ ਕਾਲੇ ਕਾਨੂੰਨ ਜਦ ਤੱਕ ਨਹੀਂ ਰੱਦ ਕਰਦੀ ਗੌਰਮੈਂਟ, ਤਬ ਤੱਕ ਅਸੀਂ ਜੋ ਹੈ ਕਿਸਾਨ ਜਥੇਬੰਦੀਆਂ ਜੋ ਹੈ ਦਬਾ ਕੇ ਜੋ ਹੈ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਔਰ ਅਸੀਂ ਆਪਣੇ ਜੋ ਮੋਰਚੇ ਜਿੱਥੇ ਸਾਨੂੰ ਵੰਡਿਆ ਗਿਆ ਉੱਥੇ ਅਸੀਂ ਬੈਠੇ ਹਾਂ ਆਲਰੇਡੀ। ਔਰ ਸਾਈ ਹਰਸਾ ਮਾਨਸਰ ਜੋ ਸਾਡੇ ਲਾਗੇ ਟੋਲ ਪਲਾਜ਼ਾ, ਉੱਥੇ ਜਾ ਕੇ ਅਸੀਂ ਜੋ ਹੈ ਗੌਰਮੈਂਟ ਦੇ ਵਿਰੁੱਧ ਜੋ ਹੈ ਆਪਣੇ ਵਿਰੋਧ ਕਰਦੇ ਹਾਂ ਅਸੀਂ ਗੌਰਮੈਂਟ ਦੇ ਓਪੋਜੀਸ਼ਨ 'ਚ। ਬਾਕੀ ਜੋ ਹੈ ਸਾਡਾ ਜੋ ਹੈ ਬਹੁਤ ਜ਼ਿਆਦਾ ਖਰਚਾ ਹੁੰਦਾ ਹੈ ਇਹ ਖੇਤੀਬਾੜੀ ਕਰਨ ਵਿੱਚ, ਖੇਤੀਬਾੜੀ ਲਾਉਣ ਵਿੱਚ, ਮਜ਼ਦੂਰ ਲੱਭਣ ਵਿੱਚ। ਮਜ਼ਦੂਰ ਅੱਜ ਕੱਲ੍ਹ ਮਜ਼ਦੂਰੀ ਛੱਡ ਗਏ, ਕਿਉਂਕਿ ਉਹਨਾਂ ਨੂੰ 3-3 4-4 ਘੰਟੇ ਕੰਮ ਕਰਨਾ ਪੈਂਦਾ, ਉਹਨਾਂ ਨੂੰ ਮਿਲਦਾ ਕੁਛ ਨਹੀਂ ਹੈ। ਅਸੀਂ ਤਾਂ ਹੀ ਦਈਏ ਸਾਡੇ ਜੇ ਫਸਲਾਂ ਦੇ ਰੇਟ ਗੌਰਮੈਂਟ ਸਹੀ ਦੇ। ਅਗਰ ਗੌਰਮੈਂਟ ਇੱਕ ਥੈਲਾ ਯੂਰੀਏ ਦਾ ਤਕਰੀਬਨ 300 ਦੇ ਕਰੀਬ, ਔਰ ਡਾਇਆ ਜੋ 1600-1700 ਕਰਤਾ ਹੈ ਪਹਿਲੇ, ਹੁਣ ਤਾਂ ਪਤਾ ਲੱਗਾ ਕਿ 1200 ਤੇ ਆ ਗਿਆ, ਪਰ ਮੁਸ਼ਕਲ ਹੈ। 1600-1700 ਨੂੰ ਡਾਇਆ ਲੈ ਕੇ ਅਸੀਂ ਫਸਲਾਂ ਵਿੱਚ ਪਾਇਆ, ਤੇ ਸਾਡਾ ਜੋ ਹੈ ਲਾਸਟ ਵਿੱਚ ਜੋ ਰੇਟ ਹੈ ਇਹ ਫਸਲ ਦਾ, ਜੋ ਅਸੀਂ 6 ਮਹੀਨੇ ਪੂਰੀ ਰਾਤ ਨੂੰ ਖੜੇ ਹੋ ਕੇ ਮਿਹਨਤ ਕਰਨੀ ਹੈ, ਉਹਦਾ ਖਰਚਾ ਜੋ ਹੈ ਗੌਰਮੈਂਟ ਪੂਰਾ ਨਹੀਂ ਦਿੰਦੀ ਸਾਨੂੰ। ਮੰਡੀਆਂ ਵਿੱਚ ਜਾ ਕੇ ਸਾਡੇ ਦਾਣੇ ਰੁਲਦੇ ਆ। ਹੁਣ ਅਸੀਂ ਦਾਣੇ ਪਾਲਣੇ ਆ, ਧਨ ਪਾਲਣਾ ਹੈ, ਪਾਣੀ ਲਗਾਉਣਾ ਰਾਤ ਦਿਨ। ਬਾਕੀ ਦੇ ਮੋਟਰਾਂ ਦੇ ਕੱਟ ਬਹੁਤ ਲੱਗਦੇ ਆ। ਮੋਟਰ ਜੋ ਅੱਧਾ ਘੰਟਾ ਚੱਲਦੀ, ਅੱਧੇ ਘੰਟੇ ਕੱਟ ਲੱਗਦਾ, ਸਾਡਾ ਪਾਣੀ ਪੂਰਾ ਨਹੀਂ ਹੁੰਦਾ। ਉਹ ਤੋਂ ਇਲਾਵਾ ਵੀ ਫਿਰ ਅਸੀਂ ਆਪਣੇ ਇੰਜਨ ਚਲਾ ਕੇ ਜੋ ਪੂਰਾ ਕਰ ਰਹੇ ਹਾਂ। ਮੈਂ ਤਾਂ ਖਾਸ ਕਰਕੇ ਸੈਂਟਰ ਸਰਕਾਰ ਜੋ ਮੌਕੇ ਦੀ ਹੈ, ਇਹਨਾਂ ਦਾ ਬਹੁਤ ਧੰਨਵਾਦ ਕਰ ਰਿਹਾ ਕਿ ਇਹਨਾਂ ਨੇ ਸਾਨੂੰ ਇੰਨਾ ਮਹਿੰਗਾਈ ਦੇ ਬਾਵਜੂਦ ਵੀ, ਇੰਨੀ ਮਹਿੰਗਾਈ ਕੀਤੀ ਇਹਨਾਂ, ਇੰਨਾ ਡੀਜ਼ਲ ਪੈਟਰੋਲ ਮਹਿੰਗਾ ਕੀਤਾ, ਉਹਦੇ ਬਾਵਜੂਦ ਵੀ ਅਸੀਂ ਆਪਣੇ ਖੇਤਾਂ 'ਚ ਕੰਮ ਕਰਕੇ ਆਪਣਾ ਡੀਜ਼ਲ ਪੈਟਰੋਲ ਪੂਰਾ ਕਰ ਰਹੇ ਹਾਂ। ਜਦਕਿ ਇਹਨਾਂ ਦੀ ਤਰਫੋਂ ਕੋਈ ਸਾਨੂੰ ਸਬਸਿਡੀ ਜਾਂ ਕਿਸੇ ਕਿਸਮ ਦੀ ਸਹੂਲਤ ਨਹੀਂ ਮਿਲੀ। ਤੇ ਗੌਰਮੈਂਟ ਨੇ ਜੋ ਸਾਡੇ ਬਹੁਤ ਜ਼ਿਆਦਾ ਮਤਲਬ ਕਿ ਸਾਡੇ 'ਤੇ ਲੋਡ ਪਾਇਆ ਇਸ ਟਾਈਮ ਕਿਸਾਨਾਂ 'ਤੇ। ਕਿਸਾਨਾਂ ਨੇ ਜੋ ਥਾਂ ਥਾਂ ਮੋਰਚੇ ਲਗਾਏ ਇਹਨਾਂ ਦੇ ਬਰਖਲਾਫ, ਉਹ ਮੋਰਚੇ ਲਗਾਤਾਰ ਜਾਰੀ ਰਹਿਣਗੇ ਜਦ ਤੱਕ ਗੌਰਮੈਂਟ ਸਾਡੀਆਂ ਇਹ ਜੋ ਮੁਸ਼ਕਲਾਂ ਹੱਲ ਨਹੀਂ ਕਰਦੀ। ਇਹਦੀ ਕੁਆਂਟੀਟੀ ਕਿੰਨੀ ਹੋਣੀ ਚਾਹੀਦੀ, ਕਿਸ ਹਿਸਾਬ ਦੇ ਨਾਲ ਇਹਨਾਂ ਨੂੰ ਤੋੜ ਕੇ ਬੰਦੇ ਹੋ? ਸਿਰਫ ਇਸ ਜਾਣਕਾਰੀ ਲੈਣਾ ਚਾਹੁੰਦੇ ਆ। ਇਹ ਜੁੜੀ ਤਾਂ ਕਰਕੇ ਨਹੀਂ ਬਣਦੇ, ਮਤਲਬ ਉਹਨਾਂ ਦਾ ਹੱਥ ਨਹੀਂ, ਮਤਲਬ ਕਾਬੂ ਨਹੀਂ ਆਉਂਦੀ ਮਤਲਬ। ਤੇ ਇਹ ਇੰਨੀ ਕਿ ਜੁੜੀ ਤਾਂ ਬਣਦੇ, ਮਤਲਬ ਉਹਨਾਂ ਦੇ ਹੱਥ ਆ ਜਾਂਦੀ, ਮੈਂ ਥੋੜੀ ਕਰ ਤੇ ਫਿਰ ਉਹ ਲਾ ਦਿੰਦੇ ਕੱਲੀ ਡਾਣੀ ਮਤਲਬ ਜੀ। ਬਾਕੀ ਦਾ ਤੁਹਾਡਾ ਟਾਈਮਿੰਗ ਪੂਰੀ ਦਿਨਚਰਿਆ ਕੀ ਹੈ? ਇੱਕ ਦਿਨ ਦੇ ਵਿੱਚ ਹੋਰ ਕੀ ਕੁਝ ਕਰਦੇ ਹੋ ਤੁਸੀਂ ਸਿਵਾਏ ਇਸ ਦੇ? ਇਸ ਤੋਂ ਬਾਅਦ ਪੱਠੇ ਪੁੱਠੇ ਹੀ ਆ, ਬਸ ਪੱਠੇ ਵੜਦੇ ਆ, ਬਸ ਡੰਗਰ ਡੁੰਗਰ ਰੱਖਿਆ ਬਸ। ਠੀਕ ਹੈ ਜੀ। ਕਿੰਨਾ ਕੁ ਫਾਇਦਾ ਹੁੰਦਾ ਤੁਹਾਨੂੰ ਇਸ ਦੇ ਨਾਲ? ਫਾਇਦਾ ਤਾਂ ਕੁਛ ਵੀ ਨਹੀਂ, 3 ਘੰਟੇ ਲਾਣੇ ਹੁੰਦੇ ਆ, ਬਸ 120 ਰੁਪਏ ਕਮਾਉਂਦੇ ਆ। ਅੱਛਾ। ਹਾਂਜੀ। ਘਰ ਪਰਿਵਾਰ ਦੇ ਬਾਕੀ ਮੈਂਬਰ ਵੀ ਹੀ ਕੰਮ ਕਰਦੇ ਨੇ? ਹਾਂਜੀ, ਵੀ ਮਜ਼ਦੂਰੀ ਹੈ। ਅੱਛਾ ਜੀ। ਪੜ੍ਹ ਵੀ ਰਹੇ ਹੋ ਤੁਸੀਂ ਨਾਲ? ਹਾਂਜੀ। ਅੱਗੇ ਜਾ ਕੇ ਕਿਸਾਨੀ ਕਰਨਾ ਚਾਹੋਗੇ? ਨਹੀਂ। ਨਹੀਂ? ਕੀ ਕਰੋਗੇ ਫਿਰ, ਦੱਸੋ ਕੀ ਬਣਨਾ ਚਾਹੁੰਦੇ ਹੋ? ਆਰਮੀ ਦੀ ਭਰਤੀ ਦੇਖਣੀ ਹੈ। ਅੱਛਾ। ਹਾਂਜੀ। ਦੇਸ਼ ਦੀ ਸੇਵਾ ਕਰੋਗੇ? ਹਾਂਜੀ। ਮੌਜੂਦਾ ਸਰਕਾਰ ਨੂੰ ਲੈ ਕੇ ਜਾਂ ਸੂਬਾ ਸਰਕਾਰਾਂ ਨੂੰ ਲੈ ਕੇ ਕੁਝ ਕਹਿਣਾ ਚਾਹੁੰਦੇ ਹੋ? ਨਹੀਂ ਜੀ। ਚਲੋ, ਆਰਮੀ 'ਚ ਭਰਤੀ ਹੋਣਾ ਚਾਹੁੰਦੇ ਨੇ ਇਹ, ਕਿਸਾਨੀ ਫਿਲਹਾਲ ਕਰ ਰਹੇ ਨੇ ਤਾਂ ਕਿ ਘਰ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ। ਇੱਕ ਹੋਰ ਨੌਜਵਾਨ ਸਾਡੇ ਨਾਲ ਮੌਜੂਦ ਹੈ, ਉਹਨਾਂ ਨੂੰ ਵੀ ਪੁੱਛ ਲੈਂਦੇ ਹਾਂ। ਕੀ ਕਰਦੇ ਹੋ ਤੁਸੀਂ? ਮੈਂ ਤਾਂ ਵੈਸੇ ਸਟੱਡੀ ਕਰਦਾ ਹਾਂ ਜੀ। ਕਿਹੜੀ ਕਲਾਸ 'ਚੋਂ? +2 ਕਲਾਸ 'ਚ ਹਾਂ ਜੀ। ਅੱਛਾ ਜੀ। ਹਾਂਜੀ ਤੇ ਇਹ ਕੀ ਕੰਮ ਕਰ ਰਹੇ ਹੋ ਤੁਸੀਂ, ਕਿੰਨੇ ਸਮੇਂ ਤੋਂ ਕਰ ਰਹੇ ਹੋ? ਜੀ, ਉੱਦਾਂ ਤਾਂ ਸਟੱਡੀ ਕਰਦੇ ਹਾਂ। ਪਿਛਲੇ ਸਾਲ ਤੋਂ ਹੀ ਲੋਕਡਾਊਨ ਹੋ ਗਿਆ ਸੀਗਾ ਤਾਂ ਸਕੂਲ ਸਾਡੇ ਬੰਦ ਸੀ, ਫਿਰ ਉਦੋਂ ਤੋਂ ਹੀ ਇਹ ਕੰਮ ਕਰਨ ਲੱਗ ਪਏ ਫਿਰ ਅਸੀਂ। ਅੱਛਾ ਜੀ। ਹਾਂਜੀ ਘਰ ਪਰਿਵਾਰ ਦੀ ਮਦਦ ਕਰ ਰਹੇ ਹੋ? ਹਾਂਜੀ ਹਾਂਜੀ। ਬਾਕੀ ਪਰਿਵਾਰਿਕ ਮੈਂਬਰ ਕੀ ਕੰਮ ਕਰਦੇ ਨੇ? 2-3 ਤੇ ਇਹੀ ਕਰਦੇ ਆ ਕੰਮ, ਬਾਕੀ ਫਿਰ ਘਰ ਦਾ ਵੀ ਸਾਂਭਦੇ ਆ, ਭੈਣ ਘਰ ਦਾ ਸਾਂਭਦੇ ਆ, ਮੰਮੀ ਡੈਡੀ ਵੀ ਨਾਲ ਇੱਦਾਂ ਕਰਾਉਂਦੇ ਆ ਕੰਮ। ਡੈਡੀ ਪੰਪ ਤੇ ਵੀ ਜਾਂਦੇ ਆ ਉੱਦਾਂ। ਅੱਛਾ ਜੀ। ਪੈਟਰੋਲ ਪੰਪ ਤੇ ਲੱਗੇ ਹੋਏ ਨੇ? ਹਾਂਜੀ ਹਾਂਜੀ। ਤੁਸੀਂ ਕੀ ਕਰਨਾ ਚਾਹੁੰਦੇ ਹੋ ਅੱਗੇ ਜਾ ਕੇ, ਕੀ ਬਣਨਾ ਚਾਹੁੰਦੇ ਹੋ? ਹਜੇ ਤਾਂ ਕੋਈ ਡਿਸਾਈਡ ਨਹੀਂ ਕੀਤਾ, ਵੈਸੇ ਆਈਲੈਟਸ ਦਾ ਵੀ ਇਰਾਦਾ ਹੈਗਾ ਜਾਂ ਕੋਈ ਕੋਰਸ ਵੀ ਕਰਨਾ ਚਾਹੁੰਦੇ ਆ। ਅੱਛਾ। ਹਾਂਜੀ, ਡਿਸਾਈਡ ਨਹੀਂ ਹੋਇਆ ਹਜੇ ਤੱਕ ਉੱਦਾਂ। ਆਈਲੈਟਸ ਕਿਉਂ ਕਰਨਾ ਚਾਹੁੰਦੇ ਹੋ ਤੁਸੀਂ? ਬਾਹਰ ਜਾਣ ਲਈ। ਬਾਹਰ ਜਾ ਕੇ ਕੀ ਕਰੋਗੇ?
ਬਾਹਰ ਜਾ ਕੇ ਸਟੱਡੀ ਕਰਾਂਗੇ ਪਹਿਲਾਂ, ਫਿਰ ਉਹਦੇ ਹਿਸਾਬ ਨਾਲ ਕਰਾਂਗੇ ਫਿਰ ਕੋਈ ਕੰਮ ਵੀ ਅੱਗੇ। ਹਾਂਜੀ। ਜਿਵੇਂ ਉਹਨਾਂ ਨੇ ਦੱਸਿਆ ਤੁਹਾਡੇ ਸਾਥੀ ਨੇ ਕਿ ਉਹ ਸਾਡੇ ਦੇਸ਼ 'ਚ ਰਹਿ ਕੇ ਹੀ ਸੇਵਾ ਕਰਨੀ ਚਾਹੁੰਦੇ ਨੇ, ਹਾਂਜੀ। ਫੌਜੀ ਬਣਨਾ ਚਾਹੁੰਦੇ ਨੇ ਉਹ, ਤੇ ਤੁਸੀਂ ਇਹ ਜਿਹਾ ਕੁਝ ਨਹੀਂ ਸੋਚਿਆ ਹੋਇਆ ਜਾਂ ਹਾਂਜੀ, ਦੇਸ਼ ਦੇ ਲਈ ਕੁਝ ਕਰਨ ਬਾਰੇ? ਸੋਚਿਆ ਤਾਂ ਹੈਗਾ, ਪਰ ਸਾਡੇ ਦੇਸ਼ ਦੇ ਹੁਣ ਮੰਤਰੀ ਵੀ ਇਦਾਂ ਦੇ ਹੀ ਆ ਜੀ, ਕੀ ਕਰ ਸਕਦੇ ਆ ਹੁਣ। ਕਿੱਦਾਂ ਦੇ ਨੇ ਮੰਤਰੀ? ਲੁੱਟ ਤਾਂ ਮਚਾਈ ਆ ਹੁਣ, ਲੋਕੀ ਝੋਨਾ ਕਿੱਦਾਂ ਲਾਣ ਜੀ, ਜ਼ਿਆਦਾਤਰ ਲੋਕਾਂ ਤੋਂ ਟਿਊਬਵੈਲ ਹੈ, ਹੁਣ ਤੇਲ ਵੀ ਇੰਨਾ ਮਹਿੰਗਾ ਕਰੀ ਜਾਂਦੇ ਨੇ। ਹਾਂਜੀ, ਇਦਾਂ ਪ੍ਰਭਾਵ ਪੈ ਜਾਂਦੇ ਆ ਨਾ, ਫਿਰ ਮਾੜਾ ਥੋੜਾ। ਯਾਨੀ ਕਿ ਮੰਤਰੀਆਂ ਦੇ ਬੁਰੇ ਪ੍ਰਭਾਵ ਦੇ ਕਾਰਨ ਸਾਡੇ ਦੇਸ਼ ਦੇ ਨੌਜਵਾਨ ਦੇਸ਼ ਛੱਡ ਕੇ ਜਾ ਰਹੇ ਨੇ। ਹਾਂਜੀ। ਬਿਜਲੀ ਦੀ ਕਿੰਨੀ ਕੁ ਦਿੱਕਤ ਆਉਂਦੀ ਹੈ? ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ 8 ਘੰਟੇ ਬਿਜਲੀ ਵੀ ਦੇ ਰਹੇ ਹਾਂ, ਪਰ ਦੂਸਰੇ ਪਾਸੇ ਪੈਟਰੋਲ ਡੀਜ਼ਲ ਤਾਂ ਸਭ ਨੂੰ ਪਤਾ ਹੈ ਕਿ ਮਹਿੰਗਾ ਹੋ ਚੁੱਕਿਆ, ਪਰ ਬਿਜਲੀ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਸਰਕਾਰ ਦੇ ਵਾਅਦੇ ਅਤੇ ਦਾਅਵੇ ਸੱਚੇ ਨੇ? ਬਿਜਲੀ ਦਾ ਵੀ ਔਖਾ ਹੀ ਹੈ ਜੀ ਹੁਣ ਥੋੜਾ, ਬਿਜਲੀ ਤੇ ਬਾਰ-ਬਾਰ ਕੱਟ ਲੱਗਣ ਦੇ ਤੇ ਆ। ਆਪਣੀ ਦੇਸ਼ ਦੀਆਂ ਜਿਹੜੀਆਂ ਬਣਾਉਂਦੇ ਬਿਜਲੀ ਉਹ ਵੇਚੀ ਜਾਂਦੇ ਬਾਹਰ ਕਿਤੇ, ਆਪਣੇ ਦੇਸ਼ ਨੂੰ ਦੇ ਦਿੰਦੇ ਨਹੀਂ ਜ਼ਿਆਦਾ। ਹਾਂਜੀ। ਕਿਸਾਨ ਅੰਦੋਲਨ ਬਾਰੇ ਕੀ ਕਹਿਣਾ ਚਾਹੋਗੇ? ਉਹ ਬਿਲਕੁਲ ਸਹੀ ਕਰ ਰਹੇ ਆ ਜੀ, ਮੋਰਚੇ ਲਾਉਂਦੇ ਆ। ਜਦੋਂ ਟੂਲ ਪਲਾਜ਼ਾ ਬੰਦ ਹੋ ਗਿਆ ਜੀ, ਟੂਲ ਪਲਾਜ਼ੇ ਤੇ ਕਈ ਉਹਨਾਂ ਨੇ ਬੰਦ ਕਰਤੇ ਆ, ਤੇ ਸਰਕਾਰ ਨੂੰ ਕੋਈ ਮੁਨਾਫਾ ਨਹੀਂ ਹੋਣ ਦਿਆ ਹੁਣ ਜੀ, ਤੇ ਉਹਦੇ ਕਰਕੇ ਕੀਮਤਾਂ ਵਧਾਈ ਜਾਂਦੇ ਹੁਣ ਡੀਜ਼ਲ ਦੀਆਂ ਵੀ, ਪੈਟਰੋਲ ਦੀਆਂ। ਤੇ ਸੂਬਾ ਸਰਕਾਰ, ਦੂਸਰੇ ਪਾਸੇ ਪੰਜਾਬ ਸਰਕਾਰ ਤੇ ਆਨੇ ਆਪਾਂ, ਉਹ ਕਹਿੰਦੇ ਨੇ ਕਿ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੇ ਲਈ ਵੱਡੇ ਵੱਡੇ ਲਾਭ ਦੀ ਗੱਲ ਕੀਤੀ ਜਾਂਦੀ ਹੈ। ਤੁਹਾਨੂੰ ਲੱਗਦਾ ਕਿ ਉਹ ਆਪਣੇ ਵਾਅਦਿਆਂ ਤੇ ਖਰੀ ਉਤਰੇਗੀ? ਕੰਮ ਦੇਖ ਕੇ ਤਾਂ ਲੱਗਦਾ ਨਹੀਂ ਜੀ ਇਹ ਖਰੇ ਉਤਰਨਗੇ ਆਪਣੇ ਮੁਕੱਦਮਿਆਂ ਤੇ। 2000 ਕੁਝ ਕਹਿ ਨਹੀਂ ਸਕਦੇ ਜੀ ਅਸੀਂ। ਹਾਂ, 2022 ਦਾ ਸਮਾਂ ਹੈ ਤੇ ਸਾਰੀਆਂ ਸਰਕਾਰਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਤੁਹਾਨੂੰ ਲੱਗਦਾ ਹੈ ਕਿ ਸਿਰਫ ਚੋਣਾਂ ਦੇ ਖਾਤਰ ਹੀ ਸਹੀ, ਕਿਉਂਕਿ ਆਖਰੀ ਜਿਹੜੇ ਹੁਣ ਕੁਝ ਮਹੀਨੇ ਰਹਿ ਗਏ, ਇਸ ਸਮਿਆਂ ਦੇ ਵਿੱਚ ਸਰਕਾਰ ਕੁਝ ਕਰੇਗੀ, ਸੂਬਾ ਸਰਕਾਰ? ਮੁਸ਼ਕਲ ਹੈ ਜੀ ਇਹਨਾਂ ਦਾ। ਨਾ ਤਾਂ ਇਹਨਾਂ ਨੂੰ ਕੇਂਦਰ ਸਰਕਾਰ ਤੋਂ ਕੋਈ ਉਮੀਦ ਹੈ, ਉਹਨਾਂ ਦਾ ਸਾਫ਼ ਤੌਰ ਤੇ ਦੱਸ ਚੁੱਕੇ ਨੇ ਕਿਸ ਤਰ੍ਹਾਂ ਦੀ ਹੈ ਉਹ, ਤੇ ਦੂਸਰੇ ਪਾਸੇ ਸੂਬਾ ਸਰਕਾਰ ਦਾ ਵੀ ਮੁਸ਼ਕਿਲ ਹੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਸਾਫ਼ ਤੌਰ ਤੇ ਪਤਾ ਹੀ ਹੈ ਸਾਨੂੰ ਸਭ ਨੂੰ ਕਿ ਭਾਵੇਂ ਸੂਬਾ ਸਰਕਾਰਾਂ ਹੋਣ ਜਾਂ ਫਿਰ ਕੇਂਦਰ ਸਰਕਾਰਾਂ ਹੋਣ, ਉਹ ਚੁਣਾਵੀ ਰਣਨੀਤੀ ਹੈ ਜਿਹੜੀ, ਕਿਉਂਕਿ ਸਾਡੇ ਜਿਹੜੇ ਨੇਤਾ ਨੇ ਨਾ, ਉਹ ਚੋਣਾਂ ਦੇ ਗੁਲਾਮ ਹੋ ਚੁੱਕੇ ਨੇ। ਚੋਣਾਂ ਦੀ ਗੁਲਾਮੀ ਕਰਦੇ ਹੋਏ ਨੇਤਾ ਆਖਿਰਕਾਰ ਹੋਰ ਕਿਸੇ ਚੀਜ਼ ਬਾਰੇ ਕਿਵੇਂ ਸੋਚ ਸਕਦੇ ਨੇ? ਇਹਨਾਂ ਨੌਜਵਾਨਾਂ ਨੇ ਖਾਸ ਤੌਰ ਤੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸਿਆ ਕਿ ਕਿਸੇ ਵੀ ਸਰਕਾਰ ਤੋਂ ਕੋਈ ਉਮੀਦ ਨਹੀਂ ਹੈ, ਇਸ ਕਰਕੇ ਉਹ ਇੱਥੋਂ ਬਾਹਰ ਜਾਣਾ ਚਾਹੁੰਦੇ ਨੇ। ਕਰਪਟ ਮੰਤਰੀ ਨੇ ਇਹ ਵੀ ਕਹਿ ਦਿੱਤਾ ਗਿਆ, ਪਰ ਦੂਸਰੇ ਪਾਸੇ ਹਾਲੇ ਵੀ ਕੁਝ ਨੌਜਵਾਨਾਂ ਦੇ ਵਿੱਚ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਬਾਕੀ ਹੈ। ਜੇਕਰ ਅਸੀਂ ਆਪਣੇ ਦੇਸ਼ ਨੂੰ ਖੁਸ਼ਹਾਲ ਬਣਾਉਣਾ ਹੈ ਤਾਂ ਇਹਨਾਂ ਮੰਤਰੀਆਂ ਨੂੰ ਸੋਚਣਾ ਪਵੇਗਾ ਕਿ ਦੇਸ਼ ਦੇ ਵਿੱਚ ਇਹ ਨੌਜਵਾਨ ਇਸੇ ਦੇਸ਼ ਦੇ ਵਿੱਚ ਰਹਿਣ, ਕਿਉਂਕਿ ਕਈ ਦੇਸ਼ ਅਜਿਹੇ ਵੀ ਹੋ ਚੁੱਕੇ ਨੇ ਜਿੱਥੇ ਸਿਰਫ ਬੁੱਢੇ ਹੀ ਬਚੇ ਨੇ, ਬਜ਼ੁਰਗ ਹੀ ਬਚੇ ਨੇ, ਤੇ ਉਹਨਾਂ ਦੇ ਨੌਜਵਾਨਾਂ ਦੀ ਇੰਨੀ ਜ਼ਿਆਦਾ ਕਮੀ ਆਈ ਹੈ ਕਿ ਉਹ ਦੂਸਰੇ ਦੇਸ਼ਾਂ ਤੋਂ ਲੋਕਾਂ ਨੂੰ ਮੰਗਵਾਉਣ ਦੇ ਲਈ ਅਪੀਲਾਂ ਕਰ ਰਹੇ ਨੇ। ਅਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਹਨਾਂ ਨੌਜਵਾਨਾਂ ਦੀ ਗੱਲ ਸੁਣਨ, ਦੇਸ਼ ਦੇ ਹਾਲਾਤ ਸੁਧਾਰਨ, ਕਿਸਾਨਾਂ ਦੀ ਮਦਦ ਕੀਤੀ ਜਾਵੇ। ਬੋਲ ਪੰਜਾਬ ਦੇ ਵਿੱਚ ਹੁਣ ਤੱਕ ਇੰਨਾ ਹੀ। ਇੱਕ ਹੋਰ ਖਾਸ ਰਿਪੋਰਟ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ। ਉਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।